ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਨਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 22 ਮਾਰਚ 2017 9 ਚੇਤ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ, ਗਲੋਬਲ ਸੀਪੀਐਨ ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਕਿ ਅੱਜ ਲੰਡਨ ਵਿੱਚ ਬਹੁਤ ਹੀ ਵੱਡਾ ਬੰਬ ਧਮਾਕਾ ਹੋਇਆ, ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ ਤੇ ਬਾਕੀ ਜ਼ਖਮੀ ਹੋਏ ਨੇ। ਕੀ ਕਹਿਣਾ ਚਾਹੋਗੇ ਤੁਸੀਂ ਇਸ ਘਟਨਾ ਬਾਰੇ? ਦੇਖੋ, ਬੰਬ ਧਮਾਕਾ ਤਾਂ ਨਹੀਂ ਹੋਇਆ ਜੀ, ਲੇਕਿਨ ਇਹ ਅਫਸੋਸਨਾਕ ਗੱਲ ਹੈ ਕਿ ਅੱਜ ਦਾ ਦਿਨ ਜਿਹੜਾ ਕਿ ਬੈਲਜੀਅਮ ਦੇ ਉੱਤੇ ਦਹਿਸ਼ਤਗਰਦੀ ਹਮਲੇ ਦਾ 1 ਸਾਲ ਪੂਰਾ ਹੋਣ ਦਾ ਦਿਨ ਸੀ, ਔਰ ਅੱਜ ਜਿਹੜੀ ਘਟਨਾ ਲੰਡਨ ਦੇ ਵਿੱਚ ਪਾਰਲੀਮੈਂਟ, ਜਿਹੜਾ ਕਿ ਜਦੋਂ ਵੀ ਕਿਸੇ ਡੈਮੋਕ੍ਰੇਸੀ ਦੀ ਗੱਲ ਹੁੰਦੀ ਹੈ, ਕਿਸੇ ਸਿਸਟਮ ਦੀ ਗੱਲ ਹੁੰਦੀ ਹੈ ਤੇ ਉਸ ਦਾ ਆਧਾਰ ਜਿਹੜਾ ਹੈ ਉਹ ਪਾਰਲੀਮੈਂਟ ਹੈ ਜੀ। ਔਰ ਲੰਡਨ ਦੀ ਕਿਉਂਕਿ ਮੈਗਨਾ ਕਾਰਟਾ ਨਾਲ ਸ਼ੁਰੂ ਹੋਇਆ ਇਹ ਸਿਸਟਮ, ਉਹਨਾਂ ਦੇ ਲਈ ਪਾਰਲੀਮੈਂਟ ਬੜੀ ਸੈਂਕਟ ਜਿਹੜਾ ਮੰਨੀ ਜਾਂਦੀ ਹੈ। ਔਰ ਉਸ ਦੇ ਵਿੱਚ ਜਿਹੜੀਆਂ ਖਬਰਾਂ ਹੁਣ ਤੱਕ ਆਈਆਂ ਨੇ, ਕਿਉਂਕਿ ਅਜੇ ਤੱਕ ਜਿਹੜਾ ਹਮਲਾਵਰ ਹੈ ਉਸ ਦੀ ਪਛਾਣ ਕੁਝ ਚੈਨਲਸ ਨੇ ਕਿਹਾ ਵੀ ਏਸ਼ੀਅਨ ਸੀ, ਲੇਕਿਨ ਜੋ ਵੇਰਵਾ ਸਾਹਮਣੇ ਆਇਆ ਹੈ ਕਿ ਇੱਕ ਹਮਲਾਵਰ ਜਿਹੜਾ ਕਿ ਹੁੰਡਾਈ ਕਾਰ 'ਚ ਸੀ, ਉਹ ਵੈਸਟਮਿਨਿਸਟਰ ਬ੍ਰਿਜ ਦੇ ਉੱਤੇ ਉਹ ਤੇਜ਼ੀ ਨਾਲ ਗੱਡੀ ਚਲਾ ਕੇ ਉਹਨੇ ਲੋਕਾਂ ਦੇ ਉੱਤੇ ਜਿਹੜੇ ਪੈਡੈਸਟਰੀਅਨ ਪੈਦਲ ਜਾ ਰਹੇ ਸੀ ਚਾੜ ਦਿੱਤੀ ਜੀ। ਔਰ ਉਹਦੇ 'ਚ 20 ਦੇ ਕਰੀਬ ਜ਼ਖਮੀ ਨੇ, ਔਰ ਜਿਨ੍ਹਾਂ 'ਚੋਂ 3 ਜਿਹੜੇ ਸਿਵਿਲੀਅਨਸ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ। ਔਰ ਫਿਰ ਉਹ ਜਾ ਕੇ ਅੱਗੇ ਪਾਰਲੀਮੈਂਟ ਦੇ ਨੇੜੇ ਗੇਟ 'ਚ ਕਿਸੇ 'ਚ ਵੱਜੀ, ਉੱਥੋਂ ਉਤਰ ਕੇ ਉਹਦੇ ਹੱਥ 'ਚ ਇੱਕ ਵੱਡਾ ਚਾਕੂ ਸੀ ਔਰ ਉਹ ਅੰਦਰ ਗਿਆ, ਔਰ ਜਿਹੜਾ ਸਿਕਿਉਰਿਟੀ ਦੇ ਉੱਤੇ ਪੁਲਿਸਮੈਨ ਸੀ ਉਸਨੇ ਉਹਨੂੰ 2-3 ਵਾਰ ਸਟੈਬ ਕੀਤਾ। ਉਸ ਦੀ ਵੀ ਮੌਤ ਹੋ ਗਈ, ਪੁਲਿਸ ਆਫਿਸਰ ਦੀ। ਔਰ ਫਿਰ ਇੱਕ ਫੈਲੋ ਪੁਲਿਸ ਆਫਿਸਰ ਨੇ ਇਸ ਹਮਲਾਵਰ ਨੂੰ ਜਿਹੜਾ ਹੈ ਉਹ ਹਲਾਕ ਕਰ ਦਿੱਤਾ, ਮਾਰ ਦਿੱਤਾ ਜੀ। ਔਰ ਕੁੱਲ ਮਿਲਾ ਕੇ ਹੁਣ ਤੱਕ ਜਿਹੜੀ ਰਿਪੋਰਟਿੰਗ ਹੈ, ਪਹਿਲਾਂ 20 ਜ਼ਖਮੀਆਂ ਦੀ ਸੀ, ਲੇਕਿਨ ਜਿਉਂ ਹੀ ਅਸੀਂ ਗੱਲ ਕਰਦੇ ਹਾਂ ਦੁਬਾਰਾ ਇਹਨੂੰ ਦੇਖਿਆ 40 ਜ਼ਖਮੀ ਨੇ, 5 ਡੈੱਡ ਨੇ, ਜਿਨ੍ਹਾਂ ਦੇ ਵਿੱਚ ਇੱਕ ਪੁਲਿਸ ਆਫਿਸਰ, 3 ਸਿਵਿਲੀਅਨ ਤੇ ਇੱਕ ਜਿਹੜਾ ਹਮਲਾਵਰ ਹੈ ਉਹ ਉਹਦੀ ਮੌਤ ਹੋਈ ਹੈ। ਔਰ ਜਿਹੜਾ ਅੰਡਰਗਰਾਊਂਡ ਸਟੇਸ਼ਨ ਹੈ ਵੈਸਟਮਿਨਿਸਟਰ ਦਾ ਹੀ, ਉਹ ਪੁਲਿਸ ਨੇ ਬੰਦ ਕਰ ਦਿੱਤਾ ਹੈ। ਔਰ ਇਸੇ ਦੌਰਾਨ ਪਾਰਲੀਮੈਂਟ ਦੇ ਵਿੱਚ ਅੰਦਰ ਕਾਰਵਾਈ ਚੱਲ ਰਹੀ ਸੀ, ਉਹ ਕਾਰਵਾਈ ਸਸਪੈਂਡ ਕਰ ਦਿੱਤੀ। ਸਾਰੇ ਜਿਹੜੇ ਨੇ ਉਹ ਸੇਫਟੀ ਚਲੇ ਗਏ। ਈਵਨ ਥੈਰੇਸਾ ਮੇ ਪ੍ਰਾਈਮ ਮਿਨਿਸਟਰ ਜਿਹੜੀ ਆ ਉਹ ਹਰੀਡਲੀ ਇੱਕ ਕਾਰ ਦੇ ਵਿੱਚ ਉਹਨੂੰ ਪਾ ਕੇ ਤੇ ਸੇਫਟੀ 'ਚ ਲਿਜਾਇਆ ਗਿਆ ਜੀ। ਕਿਉਂਕਿ ਜਦੋਂ ਵੀ ਇਹਨਾਂ ਦੀਆਂ ਜਿਹੜੀਆਂ ਸਿਕਿਉਰਿਟੀ ਏਜੰਸੀਜ਼ ਨੇ ਜਾਂ ਪੁਲਿਸ ਆਫੀਸ਼ੀਅਲ ਜਾਂ ਉੱਥੇ ਜਿਹੜਾ ਇਹਨਾਂ ਦੀ ਕਾਫੀ ਸਕਾਟਲੈਂਡ ਯਾਰਡ ਵਰਗੀ ਇੰਸਟੀਟਿਊਸ਼ਨ ਹੈ, ਸੋ ਇਹ ਫਿਰ ਰਿਸਕ ਨਹੀਂ ਲੈਣਾ ਚਾਹੁੰਦੇ ਕਿ ਸਿਰਫ ਇੱਕੋ ਥਾਂ 'ਤੇ ਗੱਲ ਹੋਈ ਹੈ। ਸੋ ਉਹ ਸੇਫਟੀ ਉਹਨਾਂ ਦਾ ਕੰਸਰਨ ਹੁੰਦਾ ਹੈ ਕਿ ਮਲਟੀਪਲ ਅਟੈਕ ਵੀ ਹੋ ਸਕਦੇ ਨੇ। ਪਰ ਇਹ ਆਪਣੇ ਆਪ 'ਚ ਹੀ ਇਸ ਗੱਲ ਦਾ ਸਬੂਤ ਹੈ ਕਿ ਬੇਸ਼ੱਕ 9/11 ਇੱਕ ਬਹੁਤ ਵੱਡੀ ਟ੍ਰੈਜਡੀ ਸੀ, ਜਿਹਦੇ 'ਚ ਕਿ ਪਹਿਲੀ ਵਾਰ ਇਹ ਗੱਲ ਸਾਹਮਣੇ ਆਈ ਕਿ ਇੱਕ ਜਹਾਜ਼ ਨੂੰ ਐਜ਼ ਏ ਵੈਪਨ ਯੂਜ਼ ਕੀਤਾ ਗਿਆ ਜਿਹੜਾ, ਔਰ ਉਹਦੇ 'ਚ ਜਿਵੇਂ 5 ਜਹਾਜ਼ ਜਿਹੜੇ ਨੇ ਉਹ ਅਗਵਾ ਹੋਏ, ਔਰ ਕਿਵੇਂ ਜਿਹੜੇ ਨੇ ਉਹ ਦੋਨੋਂ ਹੀ ਟਵਿਨ ਟਾਵਰਸ ਹੋਣ, ਔਰ ਇੱਕ ਮਾਰ ਗਿਰਾਇਆ ਗਿਆ ਜਹਾਜ਼, 4 ਜਹਾਜ਼। ਸੋ ਕੁੱਲ ਮਿਲਾ ਕੇ ਪਹਿਲੀ ਵਾਰ ਸੀ ਕਿ ਜਹਾਜ਼ ਐਜ਼ ਏ ਵੈਪਨ ਯੂਜ਼ ਹੋਇਆ। ਫਿਰ ਜਿਹੜੀਆਂ ਇੰਸੀਡੈਂਟਸ ਕੁਛ ਜਿਹੜੀਆਂ ਨੇ ਫਰਾਂਸ ਦੇ ਵਿੱਚ ਸਾਹਮਣੇ ਆਈ, ਬੈਲਜੀਅਮ ਦੇ ਵਿੱਚ, ਅਫਰੀਕਾ 'ਚ ਵੀ ਕਿਸੇ ਥਾਂ 'ਤੇ, ਔਰ ਇੰਗਲੈਂਡ ਦੇ ਵਿੱਚ ਇਹ ਘਟਨਾ ਲੇਟੈਸਟ ਹੈ। ਇਸ ਤੋਂ ਪਹਿਲਾਂ ਵੀ ਕੋਈ ਹੋਇਆ ਕਿ ਜਿਹਦੇ 'ਚ ਜਿਹੜੀ ਵਹੀਕਲ ਹੈ, ਗੱਡੀ ਹੈ, ਭਾਵੇਂ ਉਹ ਕਾਰ ਹੈ, ਟਰੱਕ ਹੈ, 1-2 ਥਾਂ 'ਤੇ ਟਰੱਕ ਵੀ ਯੂਜ਼ ਹੋਏ, ਉਹ ਵੀ ਐਜ਼ ਏ ਵੈਪਨ ਯੂਜ਼ ਹੋਇਆ। ਕਿ ਹੁਣ ਤੁਸੀਂ ਕਿਸੇ ਵੀ ਥਾਂ 'ਤੇ ਜਿਹੜਾ ਤੁਸੀਂ ਜਦੋਂ ਮੈਟਲ ਡਿਟੈਕਟਰਸ ਲਾਉਂਦੇ ਹੋ, ਸਿਕਿਉਰਿਟੀ ਪ੍ਰਬੰਧ ਕਰਦੇ ਹੋ, ਜਾਂ VIPs ਦੀ ਜਾਂ ਦੂਜੀ ਸਿਕਿਉਰਿਟੀ, ਤੁਸੀਂ ਸਿਕਿਉਰਿਟੀ ਰਿੰਗ ਬਣਾਉਂਦੇ ਹੋ, ਜਿਹਦੇ 'ਚੋਂ Z ਸਿਕਿਉਰਿਟੀ ਜਦੋਂ ਕਿਹਾ ਜਾਂਦਾ ਜੀ Z ਸਿਕਿਉਰਿਟੀ ਹੈ, ਮਤਲਬ ਤਾਂ ਇਹੀ ਹੁੰਦਾ ਹੈ ਕਿ ਵੀ ਤੁਸੀਂ ਸਿਕਿਉਰਿਟੀ ਰਿੰਗਸ ਬਣਾਉਂਦੇ ਹੋ। ਇੱਕ ਕਿ ਵੀ ਉਹਦਾ ਮਕਸਦ ਇਹ ਹੁੰਦਾ ਹੈ ਕਿ ਜਿਹੜਾ ਹਮਲਾਵਰ ਹੈ ਕੋਈ ਵੀ ਮਾਰ ਕੇ ਸੇਫ ਨਿਕਲ ਨਾ ਜਾਏ।
ਪਰ ਜਦੋਂ ਕੋਈ ਖੁਦ ਮਰਨ ਤੇ ਆ ਜਾਂਦਾ ਹੈ ਜਾਂ ਜਿਹਦੇ ਕੋਲ ਟਰੱਕ ਹੈ, ਗੱਡੀ ਹੈ, ਉਹਨੇ ਕਿਸ ਪਾਸਿਓਂ ਕਿੱਧਰ ਨੂੰ ਲੈ ਜਾਣੀ ਹੈ ਔਰ ਉਹਦੇ ਸਾਹਮਣੇ ਸਾਰੇ ਬੇਬਸ ਹੋ ਜਾਂਦੇ ਨੇ। ਸੋ ਇਹ ਇੱਕ ਦੁਖਦਾਈ ਗੱਲ ਹੈ ਕਿ ਇੱਕ ਪਾਸੇ ਜਿੱਥੇ ਮਾਹੌਲ ਆਲਰੇਡੀ ਅਸੀਂ ਅਮਰੀਕਾ 'ਚ ਦੇਖਦੇ ਹਾਂ ਕਿ ਡੋਨਲਡ ਟਰੰਪ ਦੀ ਆਮਦ ਤੋਂ ਬਾਅਦ, ਔਰ ਇਕੱਲੀ ਆਮਦ ਹੀ ਨਹੀਂ, ਸਾਰਾ ਕੈਂਪੇਨ ਹੀ ਨਫ਼ਰਤ ਦੇ ਉੱਤੇ ਖੜਾ ਸੀ, ਇਸਲਾਮ ਨਾਲ, ਇਸਲਾਮ 'ਚ ਯਕੀਨ ਰੱਖਣ ਵਾਲਿਆਂ ਦੇ ਖਿਲਾਫ, ਫੋਰਨਰਸ ਦੇ ਖਿਲਾਫ, ਮੈਕਸੀਕਨਸ ਦੇ ਖਿਲਾਫ। ਔਰ ਉਸੇ ਦੌਰਾਨ ਜਦੋਂ ਕੋਈ ਘਟਨਾ ਕਿਤੇ ਨਾ ਕਿਤੇ ਹੁੰਦੀ ਰਹੀ, ਕੋਈ ਨਿਊ ਆਰਲੀਨਸ 'ਚ ਹੋਈ, ਕੋਈ ਹੋਰ ਥਾਂ ਤੇ ਵਾਪਰੀ, ਉਸ ਗੱਲ ਨੇ ਫਰਦਰ ਸਟਰੈਂਥਨ ਕੀਤਾ। ਔਰ ਜਿਹੜੇ ਲੋਕ ਪਹਿਲਾਂ ਹੀ ਜਿਹੜੇ ਸੀ ਬਦਜ਼ਨ ਸੀ, ਕਿਸੇ ਕੋਲ ਨੌਕਰੀ ਨਹੀਂ ਹੈ ਜਾਂ ਕੋਈ ਵੈਸੇ ਹੀ ਅੰਦਰ ਉਹਨਾਂ ਦਾ ਰੇਸਿਜ਼ਮ ਲੁਕਿਆ ਹੋਇਆ ਸੀ, ਇਹ ਗੱਲ ਨਫ਼ਰਤ ਦੇ ਵਿੱਚ ਬਦਲ ਗਈ ਔਰ ਨਫ਼ਰਤ ਚੋਂ ਉਹਨੇ ਕੈਸ਼ ਕੀਤਾ ਡੋਨਲਡ ਟਰੰਪ ਨੇ ਜੀ। ਯੂਰਪ ਦੇ ਵਿੱਚ ਹਾਲ ਇਸ ਤੋਂ ਵੀ ਬਦਤਰ ਹੈ, ਕਿਉਂਕਿ ਯੂਰਪ ਦੇ ਵਿੱਚ ਜਿਸ ਅੰਦਾਜ਼ ਦੇ ਵਿੱਚ ਉਹ ਫਰਾਂਸ ਹੋਏ, ਜਰਮਨੀ ਹੋਏ ਔਰ ਬੈਲਜੀਅਮ ਦੀ ਘਟਨਾ ਤੋਂ ਬਾਅਦ ਇਹ ਜਾਂ ਈਵਨ ਨੀਦਰਲੈਂਡ ਦੇ ਵਿੱਚ, ਭਾਵੇਂ ਉੱਥੇ ਚੰਗੀ ਗੱਲ ਹੋਈ ਕਿ ਲਿਬਰਲ ਬੰਦਾ ਜਿੱਤੇ, ਲੇਕਿਨ ਜਿਹੜੇ ਐਕਸਟ੍ਰੀਮ ਲਾਈਨ ਲੈਣ ਵਾਲੇ ਨੇ, ਹੁਣ ਓਪਨਲੀ ਉੱਥੇ ਨੀਦਰਲੈਂਡ ਜਿਹੜਾ ਆਪੋਜੀਸ਼ਨ ਸੀ ਉਹ ਕਹਿੰਦਾ ਸੀ ਸਾਡੇ ਕੋਲ ਪਾਵਰ ਆਈ, ਅਸੀਂ ਮਸੀਤਾਂ ਬੰਦ ਕਰ ਦੇਵਾਂਗੇ, ਕੁਰਾਨ ਸ਼ਰੀਫ ਤੇ ਪਾਬੰਦੀ ਲਾ ਦੇਵਾਂਗੇ, ਮੁਸਲਮਾਨਾਂ ਨੂੰ ਕੱਢ ਦੇਵਾਂਗੇ ਜੀ। ਔਰ ਇਹੋ ਜਿਹਾ ਮਾਹੌਲ ਸਾਰੇ ਯੂਰਪ ਦੇ ਵਿੱਚ ਬਣਿਆ ਹੋਇਆ। ਇੰਗਲੈਂਡ ਦੇ ਵਿੱਚ ਜਿੱਥੇ ਆਲਰੇਡੀ, ਕਿਉਂਕਿ ਕੋਈ ਚਾਂਸ ਨਹੀਂ ਸੀ ਕਿ ਡੇਵਿਡ ਕੈਮਰੋਨ ਦੀ ਪੂਅਰ ਪਰਫਾਰਮੈਂਸ ਤੋਂ ਬਾਅਦ ਦੁਬਾਰਾ ਰਿਪਬਲਿਕਨ ਪਾਵਰ 'ਚ ਆਉਂਦੇ, ਪਰ ਜ਼ਾਹਰ ਹੈ ਵੀ ਮਾਹੌਲ ਜਿਸ ਕਿਸਮ ਦਾ ਬਣਿਆ ਉਹਦੇ 'ਚੋਂ ਉਹ ਫੇਰ ਪਾਵਰ 'ਚ ਆਏ। ਨਤੀਜੇ ਦੇ ਤੌਰ ਤੇ ਹੁਣ ਜਿਵੇਂ ਫੁੱਲੀ ਬੈਕ ਕਰ ਰਹੀ ਹੈ ਇੰਗਲੈਂਡ ਦੀ ਗਵਰਨਮੈਂਟ ਟਰੰਪ ਦੀਆਂ ਪਾਲਿਸੀਜ਼ ਨੂੰ ਵੀ, ਜੇ ਇਹਨਾਂ ਨੇ ਕਿਹਾ ਕਿ ਵੀ ਇੰਨੇ 6 ਦੇਸ਼ਾਂ ਤੋਂ ਮੁਸਲਮਾਨ ਪੈਸੇਂਜਰ ਜਾਂ ਨਹੀਂ, ਉਹਨਾਂ ਨੇ ਵੀ ਨਾਲ ਫੋਲੋ ਕੀਤਾ। ਇਹਨਾਂ ਨੇ ਕਿਹਾ ਕਿ ਜੀ ਲੈਪਟਾਪ ਔਰ ਕੈਮਰਾ ਔਰ ਇਕਵਿਪਮੈਂਟ ਔਰ ਦੂਜਾ ਨਹੀਂ ਆ, ਇੰਗਲੈਂਡ ਨੇ ਵੀ ਨਾਲ ਫੋਲੋ ਕੀਤਾ ਜੀ। ਹੁਣ ਜਿਹੜੇ ਲੋਕ ਲਿਬਰਲ ਨੇ ਜਾਂ ਉਹਨਾਂ ਵੈਲਿਊ 'ਚ ਯਕੀਨ ਰੱਖਦੇ ਨੇ ਕਿ ਭਾਈ ਦਹਿਸ਼ਤਗਰਦ ਦਾ ਕੋਈ ਧਰਮ ਨਹੀਂ ਹੁੰਦਾ ਜੀ ਜੀ, ਦਹਿਸ਼ਤਗਰਦ ਹੈ, ਤੇ ਉਹਨਾਂ ਨੂੰ ਉਹ ਹੁਣ ਮਾਈਨੋਰਿਟੀ 'ਚ ਹੁੰਦੇ ਜਾ ਰਹੇ ਨੇ, ਕਿਉਂਕਿ ਜਦੋਂ ਤੁਹਾਡੀ ਆਪਣੀ ਸਿਕਿਉਰਿਟੀ ਜਾਂ ਆਪਣੀ ਸੇਫਟੀ ਜਿਹੜੀ ਹੈ ਉਸ ਤੇ ਸਵਾਰੀਆ ਨਿਸ਼ਾਨ ਲੱਗਦਾ ਹੈ, ਫਿਰ ਜਿਹੜੇ ਬੜੇ ਆਪਣੇ ਆਪ ਨੂੰ ਘੁਆਉਣ ਵਾਲੇ ਨੇ, ਟੋਲਰੈਂਟ ਔਰ ਦੂਜੇ, ਉਹ ਵੀ ਐਕਸਟ੍ਰੀਮਿਸਟ ਬਣ ਜਾਂਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਬੇਸ਼ੱਕ ਇਹ ਕੌਣ ਜਾਂ ਇੰਡੀਵਿਜੂਅਲ ਸੀ, ਕੀ ਸੀ, ਉਹਦੀ ਆਈਡੀਓਲੋਜੀ ਕੀ ਹੈ, ਮੈਂਟਲੀ ਸਿੱਖ ਹੈ, ਇਹ ਤਾਂ ਗੱਲ ਬਾਅਦ 'ਚ ਆਏਗੀ ਸਾਹਮਣੇ ਕੀ ਹੈ। ਪਰ ਜ਼ਾਹਰ ਹੈ ਕਿ ਜਦੋਂ ਤੁਸੀਂ ਕੋਈ ਵੀ ਗੱਲ ਕਿਸੇ ਦੇ ਖਾਤੇ 'ਚ ਪਾਣੀ ਹੈ ਤੇ ਫਿਰ ਸਭ ਉਸ ਦਹਿਸ਼ਤਗਰਦੀ ਦੇ ਖਾਤੇ 'ਚ ਹੀ ਪੈ ਰਹੀ ਹੈ, ਜਿਹਦੇ ਥੱਲੇ ਇੱਕ ਦੁਨੀਆ ਦੇ ਵਿੱਚ ਨਫ਼ਰਤ ਦਾ ਮਾਹੌਲ ਸਿਰਜਿਆ ਜਾ ਰਿਹਾ। ਇੱਕ ਪਾਸੇ ਜੋ ਚੱਲ ਰਿਹਾ ਹੈ ਮਿਡਲ ਈਸਟ ਵੈਸੇ ਸੜ ਰਿਹਾ, ਬਲ ਰਿਹਾ। ਕੱਲ੍ਹ ਹੀ ਅਮਰੀਕਾ ਨੇ ਸੀਰੀਆ ਦੇ ਅੰਦਰੂਨੀ ਉਸ ਥਾਂ ਤੇ ਸਟ੍ਰਾਈਕ ਕੀਤਾ ਹੈ ਔਰ 30 ਦੇ ਕਰੀਬ ਬੰਦੇ ਮਾਰੇ ਗਏ, ਉਹਨਾਂ 'ਚ ਕਿੰਨੇ ਬੇਗੁਨਾਹ ਮਾਰੇ ਜਾਂਦੇ ਨੇ। ਅਫਗਾਨਿਸਤਾਨ ਅਜੇ ਫਾਈਨਲ ਸੋਲੂਸ਼ਨ ਨਹੀਂ ਨਿਕਲਿਆ ਵੀ ਉੱਥੇ ਇਹਨਾਂ ਨੇ ਬਾਹਰ ਆ ਗਏ ਨੇ ਫੌਜੀ ਇਹਨਾਂ ਦੇ, ਉਸ ਤੋਂ ਬਾਅਦ ਕੀ ਹੋਏਗਾ। ਇੰਡੀਆ ਪਾਕਿਸਤਾਨ 'ਚ ਜਿਹੜਾ ਬਾਰਡਰ ਦੇ ਉੱਤੇ ਕਿਸ ਕਿਸਮ ਦੀ ਟੈਨਸ਼ਨ ਹੈ ਔਰ ਕਿਸ ਕਿਸਮ ਦੀ ਜਿਹੜੀ ਪਾਵਰ ਸਟਰਗਲ ਦੇ ਵਿੱਚ ਕਿਵੇਂ ਹਿੰਦੂਵਾਦੀ ਫੈਨੈਟਿਕ ਜਿਹੜੇ ਨੇ ਉਹ ਆ ਗਏ ਨੇ, ਔਰ ਉਹਦੇ ਨਾਲ ਜਿਹੜਾ ਦੂਸਰੀ ਸਭ ਤੋਂ ਵੱਡੀ ਪਾਪੂਲੇਸ਼ਨ ਜਿੱਥੇ ਹੈ ਇੰਡੋਨੇਸ਼ੀਆ, ਪਾਕਿਸਤਾਨ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਵਿੱਚ 170 ਮਿਲੀਅਨ ਦੇ ਕਰੀਬ ਮੁਸਲਮਾਨ ਵਸਦੇ ਨੇ, ਉਹਨਾਂ ਦੇ ਵਿੱਚ ਖੌਫ ਔਰ ਦੂਸਰਾ ਤੇ ਜਦੋਂ ਇਸ ਕਿਸਮ ਦੀਆਂ ਘਟਨਾਵਾਂ ਹੁੰਦੀਆਂ ਨੇ, ਨਫ਼ਰਤ ਤੇ ਸਿੱਖ ਜਿਹੜੇ ਕਿ ਆਪਣੀ ਦਿੱਖ ਨਾਲ, ਆਪਣੇ ਸਰੂਪ ਨਾਲ ਕੁਆਇਟ ਵਿਜ਼ੀਬਲੀ ਜਿਹੜਾ ਉਹ ਨਹੀਂ ਲੱਗਦੇ, ਜਿਹੜੇ ਕਿ ਇਸ ਕਿਸਮ ਦੇ ਨਸਲਵਾਦੀਆਂ ਦੀ ਸੋਚ ਹੈ ਤੇ ਉਹ ਵੀ ਜਿਹੜਾ ਹੇਟ ਕ੍ਰਾਈਮ ਦਾ ਸ਼ਿਕਾਰ ਹੁੰਦੇ ਨੇ, ਟਾਰਗੇਟ ਹੁੰਦੇ ਨੇ। ਔਰ ਇਹ ਇੱਕ ਸੰਸਾਰ ਹੀ ਗੱਲ ਸਿਰਫ ਇੱਕ ਘਟਨਾ ਦੀ ਨਹੀਂ ਹੈ। ਜੇ ਅਸੀਂ ਸਾਰੇ ਨੂੰ ਦੇਖੀਏ ਕਿ ਕਿਸ ਕਿਸਮ ਦੀ ਅੱਗੇ ਤਾਂ ਹੁੰਦਾ ਸੀ ਕਿ ਭਾਈ ਜੰਗ ਮੁਲਕਾਂ ਦੇ ਵਿੱਚ ਹੁੰਦੀ ਹੈ, ਉਹਦੇ ਲਈ ਪਹਿਲਾਂ ਇੱਕ ਮਾਹੌਲ ਬਣਦਾ ਹੈ, ਜੰਗ ਐਲਾਨੀ ਜਾਂਦੀ ਹੈ। ਹਾਲਾਂਕਿ ਜੰਗ ਤਾਂ ਜੰਗ ਹੁੰਦੀ ਹੈ, ਕਰੋੜਾਂ ਲੋਕ, ਜੇ ਅਸੀਂ 20ਵੀਂ ਸਦੀ ਦੇ ਦੋਨੋਂ ਹੀ ਵਰਲਡ ਵਾਰਸ ਦੇਖੀਏ, ਕਰੋੜਾਂ ਲੋਕ ਮਾਰੇ ਗਏ। ਪਰ ਤੁਹਾਨੂੰ ਪਤਾ ਹੁੰਦਾ ਸੀ ਵੀ ਐਨਮੀ ਲਾਈਨਸ ਕਿਹੜੀਆਂ ਨੇ, ਤੁਹਾਨੂੰ ਪਤਾ ਹੁੰਦਾ ਸੀ ਕਿ ਉੱਤੋਂ ਹਵਾ 'ਚੋਂ ਬੰਬ ਆਉਣਗੇ, ਤੁਹਾਨੂੰ ਪਤਾ ਹੁੰਦਾ ਸੀ ਕਿ ਤੁਹਾਡੀ ਫੌਜ ਮੋਰਚਿਆਂ 'ਚ ਅੱਗੇ ਜਾ ਰਹੀ ਹੈ, ਜਦੋਂ ਦੁਸ਼ਮਣ ਦਾ ਜ਼ੋਰ ਪਿਆ ਤੁਹਾਡੇ ਸ਼ੋਲਜਰ ਮਾਰੇ ਜਾਣਗੇ। ਸੋ ਇੱਕ ਡਰਾ ਹੁੰਦੀ ਸੀ ਲਾਈਨ, ਉਹਦੇ ਲਈ ਤੁਸੀਂ ਮੈਂਟਲੀ ਵੀ ਪ੍ਰਪੇਅਰ ਹੁੰਦੇ ਸੀ, ਲੋਕ ਵੀ ਜਿਹੜੇ ਨੇ ਉਸ ਦੇ ਵਿੱਚ ਜਿਹੜੇ ਪਾਰਟਿਸਿਪੇਟ ਕਰਦੇ ਸੀ। ਪਰ ਅੱਜ ਇਹ ਸੰਸਾਰ ਇੰਨੀ ਬੁਰੀ ਤਰ੍ਹਾਂ ਇਨਸਿਕਿਉਰ ਹੋ ਗਿਆ
ਵੀ ਹੁਣ ਅਸੀਂ ਦੇਖਦੇ ਹਾਂ ਵੀ ਇਹ ਜਿਹੜੇ ਵਿਚਾਰੇ ਪੈਡੈਸਟਰੀਅਨ ਮਾਰੇ ਗਏ, ਘਰੋਂ ਕੰਮਾਂ ਤੇ ਗਏ, ਕੋਈ ਪਾਰਲੀਮੈਂਟ 'ਚ ਕੋਈ ਇੱਧਰ ਹੋਏਗਾ, ਕੋਈ ਉੱਧਰ ਹੈ, ਕੋਈ ਟੂਰਿਸਟ ਆਇਆ ਹੋਏਗਾ, ਉਹਨਾਂ ਦੀ ਮਰਨ ਵਾਲਿਆਂ ਦੀ ਕੀ ਨੈਸ਼ਨੈਲਿਟੀ ਹੈ ਦੁਨੀਆ 'ਚ। ਟੂਰਿਜ਼ਮ ਇੱਕ ਵੱਡਾ ਜਿਹੜਾ ਆਮਦਨ ਦਾ ਸਾਧਨ ਹੈ, ਮੁਲਕਾਂ ਦੀ ਇਕਨੋਮੀ ਖੜੀ ਹੈ ਜੀ। ਕਿਹਦੇ ਉੱਤੇ ਕਿਹਨੇ ਆ ਕੇ ਕਾਰ ਚੜਾ ਦੇਣੀ ਹੈ, ਕਿਹਨੇ ਤੁਰੇ ਜਾਂਦੇ ਨੇ ਗੋਲੀਆਂ ਵਰਾ ਦੇਣੀਆਂ, ਕਿਹਨੇ ਜਿਹੜਾ ਹੈ ਉਹ ਨਾਈਫ ਅਟੈਕ ਕਰਨਾ ਹੈ, ਕੌਣ ਕਿਹਦੇ ਹਵਾਲੇ ਹੋਣਾ ਹੈ। ਇੱਥੇ ਕਿਹੜਾ ਮਜ਼ਹਬ, ਕਿਹੜੀ ਨਸਲ, ਕਿਹੜੀ ਚੀਜ਼ ਸਵਾਏ ਇਸ ਦੇ ਕਿ ਜਿਸ ਨੂੰ ਇਹ ਕਿਹਾ ਜਾਏ ਕਿ ਵੀ ਇਹ ਨਫ਼ਰਤ ਦੀ ਅੱਗ ਜਿਹੜੀ ਹੈ ਉਹ ਫਰਦਰ ਫੈਲਦੀ ਚਲੀ ਜਾ ਰਹੀ ਹੈ। ਔਰ ਇਹਨੂੰ ਤੁਸੀਂ ਕਿਵੇਂ ਬੁਝਾਓ? ਨਫ਼ਰਤ ਨੂੰ ਨਫ਼ਰਤ ਨਾਲ ਨਹੀਂ ਬੁਝਾਇਆ ਜਾ ਸਕਦਾ। ਜੇ ਕੋਈ ਕੱਲਾਕਾਰਾ ਦਹਿਸ਼ਤਗਰਦ ਨਫ਼ਰਤ ਦਾ ਮਾਰਿਆ ਹੋਇਆ ਹੈ ਜਾਂ ਕਿਸੇ ਵਿਚਾਰਧਾਰਾ ਤੋਂ ਪ੍ਰੇਰਿਤ ਹੋ ਕੇ ਇਸ ਕਿਸਮ ਦੀਆਂ ਨਖੇਧੀਯੋਗ ਕੰਡੈਮਨੇਬਲ ਕਾਰਵਾਈਆਂ ਕਰ ਰਹੇ ਤੇ ਜੇ ਉਹਦਾ ਜਵਾਬ ਵੀ ਨਫ਼ਰਤ ਹੀ ਹੋਏਗਾ, ਜਿਹੜਾ ਕਿ ਜ਼ਾਹਰ ਹੈ ਹਿਊਮਨ ਨੇਚਰ 'ਚ ਬਹੁਤ ਕੁਝ ਇਸ ਕਿਸਮ ਦਾ ਹੀ ਹੈ, ਅਸੀਂ ਸਾਰੇ ਬਦਲਾ ਲੈਣਾ ਚਾਹੁੰਦੇ, ਤੇ ਉਹਦਾ ਸ਼ਿਕਾਰ ਕਿਹੜੇ ਲੋਕ ਹੋਣਗੇ? ਉਹੀ ਬੇਗੁਨਾਹ ਹੋਣ। ਜਦੋਂ ਅਸੀਂ ਇਸ ਮੁਲਕ 'ਚ ਦੇਖ ਰਹੇ ਹਾਂ ਕਿ ਡਿਪੋਰਟੇਸ਼ਨ ਲੱਗ ਰਹੀ ਹੈ, ਕੋਈ ਬਜ਼ੁਰਗ ਹੈ 80 ਸਾਲਾਂ ਦਾ, ਉਹਦੇ ਪੋਤੇ ਪੋਤੀਆਂ ਰੋ ਰਹੇ ਨੇ। ਸੈਨ ਫਰਾਂਸਿਸਕੋ ਦਾ ਸੀ ਕਿ ਸਕੂਲ ਛੱਡਣ ਉਹ ਆਇਆ ਪੋਤੇ ਨੂੰ ਕਿ ਕਿਹਨੂੰ, ਤੇ ਨਾਲ ਹੀ ਇਮੀਗ੍ਰੇਸ਼ਨ ਨੇ ਚੁੱਕ ਲਿਆ। ਉਹ ਜਿਹੜੀ ਬੱਚੀ ਹੈ 12-13 ਸਾਲ ਦੀ, ਉਹਨੇ ਦੇਖਿਆ ਕਿ ਵੀ ਉਹਦਾ ਦਾਦਾ ਜਿਹੜਾ ਹੈ ਉਹ ਤਾਂ ਹੈਂਡਕਫ 'ਚ ਹੈ, ਦੂਜਾ ਜਿਸ ਕਿਸਮ। ਹੁਣ ਇਹ ਜਿਹੜੇ ਇਮੇਜਸ ਨੇ ਜਿਹੜੇ ਕਿ ਇਸ ਦਹਿਸ਼ਤਗਰਦੀ ਚੋਂ, ਇਸ ਨਫ਼ਰਤ ਚੋਂ, ਇਸ ਸਾਰੇ ਚੋਂ ਸਾਡੇ ਅੰਦਰ ਉੱਕਰ ਰਹੇ ਨੇ, ਅਗਲੀਆਂ ਜਨਰੇਸ਼ਨਸ ਦੇ ਅਗਲੇ ਇਹ ਕਿੱਧਰ ਸੰਸਾਰ ਨੂੰ ਲਿਜਾਣਗੇ? ਔਰ ਦੁਨੀਆ ਜਿਹੜੀ ਹੈ ਚਾਰ ਚਫੇਰੇ ਇੱਕ ਇਸ ਕਿਸਮ ਦਾ ਪਾਗਲਪਨ ਨਜ਼ਰ ਆ ਰਿਹਾ ਹੈ। ਔਰ ਫਿਰ ਜਿਹੜੇ ਸਿਆਸੀ ਡਿਸੀਜਨ ਮੇਕਰ ਨੇ, ਜਿਹੜੇ ਲੋਕ ਪੋਲੀਟੀਕਲ ਪਾਵਰ ਦੇ ਵਿੱਚ ਅੱਗੇ ਆਏ ਨੇ, ਉਹ ਵੀ ਇਸ ਕਿਸਮ ਦੀ ਸੋਚ ਨੂੰ ਜਿਹੜਾ ਉਹ ਅੱਗੋਂ ਫਿਊਲ ਕਰਕੇ ਉਹਦੇ ਚੋਂ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਨੇ। ਭਾਰਤ ਦੇ ਕੰਟੈਕਸਟ ਦੇ ਵਿੱਚ ਵੀ ਜੋ ਹਾਲ ਬਣਿਆ ਉੱਥੇ, ਜਿਸ ਕਿਸਮ ਦਾ ਮਾਹੌਲ ਨਫ਼ਰਤ ਦਾ, ਮਤਲਬ ਉਹ ਤੇ ਇੱਕ ਖੌਫ ਆਉਂਦਾ ਹੈ ਕਿ ਵੀ 1 ਬਿਲੀਅਨ 300 ਮਿਲੀਅਨ ਲੋਕਾਂ ਦਾ ਦੇਸ਼ ਡੈਮੋਕ੍ਰੇਸੀ ਦੇ ਨਾਂ ਥੱਲੇ ਅੱਜ ਜਿਸ ਕਿਸਮ ਦੇ ਲੋਕ ਪਾਵਰ 'ਚ ਉੱਥੇ ਨੇ, ਉਹ ਕੱਲ ਨੂੰ ਉੱਥੇ ਕਿਸ ਕਿਸਮ ਦੀ ਜ਼ਿੰਦਗੀ ਜਾਂ ਕੀ ਸੁਰੱਖਿਆ ਦੀ ਲਾਈਨ ਤਾਂ ਦੂਰ ਦੀ ਗੱਲ, ਕੁਛ ਵੀ ਕਿਸੇ ਨੂੰ ਵੀ ਵਾਪਰ ਸਕਦਾ ਹੈ। ਖਾਸ ਤੌਰ ਤੇ ਜਿਹੜੀਆਂ ਘੱਟ ਗਿਣਤੀਆਂ ਨੇ, ਅਕਲੀਤਾਂ ਨੇ, ਉਹਨਾਂ ਦੇ ਲਈ ਇਹ ਪਰੇਸ਼ਾਨੀ ਦਾ ਬਾਇਸ ਹੈ। ਸੋ ਅਸੀਂ ਇਸ ਦਹਿਸ਼ਤਗਰਦ ਘਟਨਾ ਦੀ ਜ਼ੋਰਦਾਰ ਨਖੇਧੀ ਕਰਦੇ ਹਾਂ। ਔਰ ਅਸੀਂ ਜਿਵੇਂ ਕਿ ਸਾਡੀਆਂ ਇੱਥੇ ਵੀ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਯੰਗਸਟਰਸ ਦੀਆਂ, ਉਹ ਵਾਰਨ ਕਰਦੀਆਂ, ਨੋ ਯੋਰ ਰਾਈਟਸ ਦੀ ਗੱਲ ਕਰਦੀਆਂ, ਪਲੱਸ ਕਿ ਭਾਈ ਇਹ ਹੇਟ ਕ੍ਰਾਈਮਸ ਤੋਂ ਕਿਵੇਂ ਅਸੀਂ ਬਚ ਸਕਦੇ ਹਾਂ। ਆਪ ਹੀ ਅਸੀਂ ਇਸ ਮਾਹੌਲ ਨੂੰ ਸਮਝਦਿਆਂ ਹੋਇਆਂ ਬਹੁਤ ਵਾਰ ਅਸੀਂ, ਹੁਣ ਸਾਡੇ ਕਈ ਕੇਸ ਹੋਣਗੇ ਜੀ, ਕਿਰਪਾਨ ਪਾਈ ਸਟੋਰ ਤੇ ਗਿਆ, ਕਿਸੇ ਨੇ ਕਾਲ ਕਰ ਦਿੱਤੀ, ਜਿਵੇਂ ਪੈਨਸਿਲਵੇਨੀਆ 'ਚ ਹੋਇਆ, ਮੈਰੀਲੈਂਡ 'ਚ ਹੋਇਆ। ਮੈਂ ਸਮਝਦਾ ਵੀ ਜਦੋਂ ਮਾਹੌਲ ਇਸ ਕਿਸਮ ਦਾ ਇਨਸਿਕਿਉਰ ਔਰ ਫੀਅਰ ਵਾਲਾ ਹੁੰਦਾ ਹੈ, ਅਸੀਂ ਵੀ ਕੋਸ਼ਿਸ਼ ਕਰੀਏ ਕਿ ਵੀ ਹੁਣ ਇਹ ਵੇਲਾ ਉਹ ਨਹੀਂ ਹੈ ਕਿ ਤੁਸੀਂ ਹਰ ਚੀਜ਼ ਟਕਰਾਅ 'ਚੋਂ ਹੀ ਕੱਢਣੀ ਹੈ, ਤੁਸੀਂ ਆਪਣੀ ਸੇਫਟੀ ਸਿਕਿਉਰਿਟੀ ਵੀ ਰੱਖੋ। ਉਹ ਗੱਲ, ਔਰ ਜਿਵੇਂ ਕੱਲ ਸੱਜਣ ਇੱਕ ਆਏ ਸੀ ਤੇ ਉਹ ਬਾਹਰ ਸੈਰ ਲਈ ਜਾਣਾ ਚਾਹੁੰਦੇ ਸੀ, ਮੈਂ ਉਹਨਾਂ ਨੂੰ ਇਹ ਕਿਹਾ, ਮੈਂ ਕਿਹਾ ਜੀ ਇੱਥੇ ਗੱਲ ਇਹ ਨਹੀਂ ਹੈ ਵੀ ਤੁਹਾਨੂੰ ਕੋਈ, ਜੇ ਤੁਰੇ ਜਾਂਦੇ ਨੂੰ ਵੀ ਕਿਸੇ ਨੇ ਵੀ ਕਾਲ ਕਰ ਦਿੱਤੀ ਕਿ ਉਹਨੇ ਕਿਹਾ ਕਿ ਜੀ ਇੱਕ ਸਟ੍ਰੇਂਜ ਲੁਕਿੰਗ ਬੰਦਾ ਜਿਹੜਾ ਉਹ ਘੁੰਮ ਰਿਹਾ ਚਾਰ ਚਫੇਰੇ, ਤੇ ਜਿਹੜੇ ਜਦੋਂ ਵੀ ਕੌਪਸ ਆਣਗੇ ਉਹਨਾਂ ਨੂੰ ਭਾਵੇਂ ਪਤਾ ਵੀ ਹੋਏ, ਉਹ ਤੁਹਾਨੂੰ ਪਰਸਨਲ ਵੀ ਭਾਵੇਂ ਜਾਣਦੇ ਹੋਣ, ਉਹਨਾਂ ਨੂੰ ਪਤਾ ਵੀ ਹੋਏ ਵੀ ਸਿੱਖ ਕੌਣ ਨੇ, ਤੁਹਾਨੂੰ ਵੀ ਜਾਣਦੇ ਹੋਣ, ਪਰ ਜਦੋਂ ਕੰਪਲੇਨ ਹੋਏਗੀ ਫਿਰ ਉਹ ਗੋਇੰਗ ਬਾਈ ਦਾ ਬੁੱਕ 1 2 3 4 ਜਿਹੜੇ ਉਹਨਾਂ ਦੇ ਨੇ ਉਹ ਕੱਢਣਗੇ, ਉਹ ਸਾਰੇ ਸਟੈਪਸ ਲੈਣਗੇ ਔਰ ਸਾਨੂੰ ਲੱਗੇਗਾ, ਔਰ ਉਹ ਉਹਨਾਂ ਨੇ ਫਿਰ ਜਦੋਂ ਤੱਕ ਸਾਰਾ ਉਹਨੂੰ ਨਹੀਂ ਦੇਖ ਲੈਣਾ ਕਿ ਵੀ ਖਤਰੇ ਤੋਂ ਖਾਲੀ ਹੈ ਬੰਦਾ, ਉਹ ਤੱਕ ਉਹਨਾਂ ਨੇ ਤੁਹਾਨੂੰ ਛੱਡਣਾ ਨਹੀਂ। ਸੋ ਅਸੀਂ ਉਹ ਸਿਚੁਏਸ਼ਨਸ ਨਾ ਕ੍ਰੀਏਟ ਕਰੀਏ, ਆਪਣੇ ਆਪ ਨੂੰ ਮਹਿਫੂਜ਼ ਰੱਖਣ ਦੀ ਕੋਸ਼ਿਸ਼ ਕਰੀਏ। ਔਰ ਬਾਕੀ ਤਾਂ ਇਸ ਕਿਸਮ ਦੇ ਵਾਕਿਆਂ ਤੋਂ ਬਾਅਦ ਤਾਂ ਬਾਰ-ਬਾਰ ਉਹੀ ਤੀਸਰੇ ਪਾਤਸ਼ਾਹ ਦਾ ਫਰਮਾਨ ਹੀ ਜਿਹੜਾ ਉਹ ਜ਼ਬਾਨ ਦੇ ਉੱਤੇ ਆਂਦਾ ਹੈ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਹੈ ਉਭਰੈ ਤਿਤੈ ਲਿਓ ਉਬਾਰ। ਔਰ ਇਸੇ 'ਚ ਹੀ ਜਦੋਂ ਅਸੀਂ ਇਸ ਕਿਸਮ ਦੀ ਨਫ਼ਰਤ ਔਰ ਇਨਸਿਕਿਉਰਿਟੀ ਦੇ ਵੱਲ ਦੇਖਦੇ ਹਾਂ, ਹਾਲਾਂਕਿ ਅਕਸਰ ਅਸੀਂ ਕਿਸ ਅੰਦਾਜ਼ ਦੇ ਵਿੱਚ ਭਾਰਤ ਦੇ ਵਿੱਚ ਜਿਹੜੇ ਜੰਗਬਾਜ਼ ਨੇ ਉਹ ਜੰਗਬਾਜ਼ੀ ਨੂੰ ਨਿਊਕਲੀਅਰ ਵਾਰ ਤੱਕ ਲਿਜਾਣ ਦੇ ਲਈ ਉਹਨਾਂ ਦੀ ਸੋਚ ਕੰਮ ਕਰ ਰਹੀ ਹੈ। ਔਰ ਪਿਛਲੇ ਦਿਨਾਂ 'ਚ ਪਰਸੋਂ ਕਾਰਨੈਗੀ ਐਂਡ ਔਮੈਂਟ ਇੱਕ ਬਹੁਤ ਵੱਡਾ ਥਿੰਕ ਟੈਂਕ ਹੈ, ਉਹਨਾਂ ਨੇ ਇੱਕ ਸੈਮੀਨਾਰ ਰੱਖਿਆ ਸੀ ਜਿਹਦਾ ਟੌਪਿਕ ਹੀ ਜਿਹੜਾ ਸੀ
ਉਹ ਨਿਊਕਲੀਅਰ ਦੇ ਉੱਤੇ ਸੀ। ਔਰ ਇਸ ਦੇ ਵਿੱਚ ਮੈਸੇਚੂਸਟਸ ਇੰਸਟੀਚਿਊਟ ਆਫ ਟੈਕਨੋਲੋਜੀ ਦਾ ਇੱਕ ਇੰਡੀਅਨ ਐਕਸਪਰਟ ਹੈ ਵਿਪਨ ਨਾਰੰਗ, ਉਹ ਨਿਊਕਲੀਅਰ ਸਟ੍ਰੈਟੇਜਿਸਟ ਹੈ। ਉਹਨੇ ਆਪਣਾ ਪੇਪਰ ਵੀ ਜਿਹੜਾ ਉਹਦੇ 'ਚ ਪੜ੍ਹਿਆ ਔਰ ਨਿਊਕਲੀਅਰ ਪਾਲਿਸੀ ਦੇ ਕੀ ਸੀ, ਔਰ ਉਹਨੇ ਜੋ ਉਹਦੇ 'ਚ ਕਿਹਾ, ਮਤਲਬ ਜਦੋਂ ਅਸੀਂ ਇਹ ਲੰਡਨ ਦੀ ਗੱਲ ਕੀਤੀ ਹੈ ਕਿ ਕਿੰਨੀ ਹੌਰੀਫਾਈਂਗ ਹੈ, ਅਸੀਂ ਅੰਦਾਜ਼ਾ ਲਾਈਏ ਵੀ ਦੁਨੀਆ ਕਿਸ ਪਾਸੇ ਨੂੰ ਜਾ ਰਹੀ ਹੈ। ਔਰ ਇਸ ਦੇ ਉੱਤੇ ਜਿਹੜੀ ਈਵਨ ਮੀਡੀਆ ਰਿਪੋਰਟਿੰਗ ਹੈ ਉਹਨਾਂ ਦੀ, ਹਿੰਦੁਸਤਾਨ ਟਾਈਮਜ਼ ਨੇ ਹੈਡਿੰਗ ਇਹ ਦਿੱਤਾ ਹੈ, ਇੰਡੀਆ ਕੁਡ ਸਟ੍ਰਾਈਕ ਪਾਕਿਸਤਾਨ ਵਿਦ ਨਿਊਕਲੀਅਰ ਵੈਪਨਸ ਇਫ ਥ੍ਰੈਟਨਡ ਸੇਜ਼ ਐਕਸਪਰਟ। ਕਿ ਇੱਕ ਮਾਹਰ ਦਾ ਕਹਿਣਾ ਹੈ ਕਿ ਭਾਰਤ ਜਿਹੜਾ ਹੈ ਉਹ ਪਾਕਿਸਤਾਨ ਦੇ ਉੱਤੇ ਨਿਊਕਲੀਅਰ ਹਥਿਆਰਾਂ ਦੇ ਨਾਲ ਹਮਲਾ ਕਰ ਸਕਦਾ ਹੈ ਜੇ ਉਸ ਨੂੰ ਲੱਗਾ। ਅੱਗੇ ਤਾਂ ਇੰਡੀਆ ਦੀ ਪਾਲਿਸੀ ਨੋ ਫਸਟ ਸਟ੍ਰਾਈਕ ਹੈ। ਹੁਣ ਇਸ ਖਬਰ ਦੇ ਮੁਤਾਬਕ ਇਹ ਦੇਰ ਇਜ਼ ਇਨਕਰੀਜ਼ਿੰਗ ਐਵੀਡੈਂਸ that India could launch a preemptive first strike against Pakistan if it feared a nuclear attack was imminent, in a marked reversal of its well-known no first use policy according to leading nuclear strategists। जो मैं गल कही है उन्हें कहा जी पहला ये पॉलिसी सी, पर जे इंडिया नूं ये शक भी पिया कि पाकिस्तान उहदे ते न्यूक्लीयर अटैक करन लग्या तो इंडिया जिहड़ा उहनूं पहलां प्रीएम्प्ट करन दे लई उत्ते अटैक कर देगा। But this first strike will not be aimed at urban centers and conventional targets of a retaliatory strike intended to punish and prevent an escalation, but against Islamabad's nuclear arsenal to preempt a nuclear attack altogether। ਤੁਹਾਡੇ 65-71 ਦੂਜੀਆਂ ਲੜਾਈਆਂ ਵੇਲੇ 60% ਜਿਹੜੇ ਨਿਸ਼ਾਨੇ ਸੀ ਉਹ ਸੁੱਟਿਆ ਕਿਤੇ ਸੀ, ਜਾ ਕੇ ਕਿਤੇ ਡਿੱਗਿਆ, ਦੋਨੋਂ ਪਾਸੇ ਜੀ। ਤੇ ਇਹਨਾਂ ਕੋਲ ਇੰਨੀ ਇਨਫੋਰਮੇਸ਼ਨ ਹੈ ਕਿ ਬਿਲਕੁਲ ਪਾਕਿਸਤਾਨ ਦੇ ਨਿਊਕਲੀਅਰ ਆਰਸੈਨਲ ਦੇ ਵਿੱਚ ਜਾ ਕੇ ਮਾਰਨਗੇ। ਜਿਹੜੀਆਂ ਉਹਨਾਂ ਦੀਆਂ ਮੋਬਾਈਲ ਮਿਸਾਈਲਾਂ ਨੇ, ਗੱਲ ਹੁਣ ਇਹ ਨਹੀਂ ਹੈ ਕਿ ਤੁਸੀਂ ਇੱਕ ਬੰਬ ਕਿਤੇ ਟੋਆ ਕੱਢ ਕੇ ਉਹਦੇ 'ਚ ਰੱਖੇ ਹੋਏ ਨੇ। ਅੱਜ ਕੱਲ੍ਹ ਜਿਹੜੀ ਨਿਊਕਲੀਅਰ ਡਿਲੀਵਰੀ ਹੈ ਥਰੂ ਮਿਸਲ ਸਿਸਟਮ ਹੈ, ਔਰ ਉਹ ਮੂਵਿੰਗ ਮਿਸਲਸ ਨੇ ਜਿਹੜੀਆਂ ਕਿ ਤੁਸੀਂ ਇੱਕ ਥਾਂ 'ਤੇ ਨਹੀਂ ਰੱਖੀਆਂ, ਔਰ 4 ਚਫੇਰੇ ਨੇ। ਤੇ ਜੇ ਇੰਡੀਆ ਇੱਕ ਥਾਂ ਦੇ ਉੱਤੇ ਅਟੈਕ ਕਰੇਗਾ ਵੀ, ਪਾਕਿਸਤਾਨ ਕੀ ਕਰੇਗਾ? ਉਹ ਹੱਥ ਰੱਖ ਕੇ ਬੈਠੇਗਾ। ਉਹ ਉਹਨਾਂ ਮਿਸਾਈਲਾਂ ਨੂੰ ਔਰ ਉਹਨਾਂ ਦੇ ਕੋਲ ਜਿਹੜਾ ਉਹ ਵੱਡੇ ਸ਼ਹਿਰ ਵੀ ਇੰਡੀਆ ਦੇ ਆਉਂਦੇ ਨੇ, ਔਰ ਜਿਹੜੀਆਂ ਦੋਨੋਂ ਪਾਸੇ ਜਿਵੇਂ ਪ੍ਰਿਥਵੀ ਮਿਸਾਈਲ ਔਰ ਦੂਜੀਆਂ ਇਹਨਾਂ ਨੇ ਬਠਿੰਡੇ ਔਰ ਦੂਜੇ ਇੰਸਟਾਲ ਕੀਤੀਆਂ ਹੋਈਆਂ ਇੰਡੀਆ ਨੇ। ਪਾਕਿਸਤਾਨ ਨੇ ਵੀ ਜ਼ਾਹਰ ਹੈ ਕਿ ਜੇ ਉੱਥੋਂ ਅਟੈਕ ਆਏਗਾ, ਪਾਕਿਸਤਾਨ ਜਵਾਬੀ ਅਟੈਕ ਕਿੱਥੇ ਕਰੇਗਾ? ਇਧਰਲੇ ਪੰਜਾਬ ਤੇ ਪਹਿਲਾ ਅਟੈਕ ਹੋਏਗਾ ਸ਼ਾਰਟ ਟਰਮ, ਤੇ ਕੀ ਹੋਏਗਾ ਉਹਦੇ? ਦੋਨੋਂ ਪਾਸਿਆਂ ਦੀ ਮੁਕੰਮਲ ਤਬਾਹੀ। ਔਰ ਇਹ ਹੈ ਦੇਰ ਇਜ਼ ਇਨਕਰੀਜ਼ਿੰਗ ਐਵੀਡੈਂਸ ਦੈਟ ਇੰਡੀਆ ਵਿਲ ਨਾਟ ਅਲਾਓ ਪਾਕਿਸਤਾਨ ਟੂ ਗੋ ਫਸਟ। ਵਿਪਨ ਨਾਰੰਗ, a nuclear strategist from the Massachusetts Institute of Technology, said at a conference on nuclear policy hosted by Carnegie, a think tank, on Monday, India's opening salvo may not be conventional strikes trying to pick off just Nasser batteries, launch vehicles for Pakistan's tactical battlefield nuclear warheads in the theater, but a full comprehensive counter-force strike that attempts to completely disarm Pakistan of its nuclear weapons so that India doesn't have to engage in iterative tit-for-tat exchanges and expose its own cities to nuclear destruction। वाह, ਇਹ ਕਿਉਂ ਜਿਹਾ ਐਕਸਪਰਟ ਹੈ ਜਿਹਨੂੰ ਇਹ ਨਹੀਂ ਪਤਾ ਕਿ ਨਿਊਕਲੀਅਰ ਡਿਲੀਵਰੀ ਸਿਸਟਮ ਕੀ ਹੈ ਜੀ, ਮਿਸਾਈਲ ਸਿਸਟਮ ਕੀ ਹੈ। ਜੇ ਪਾਕਿਸਤਾਨ ਦਾ ਇੰਨਾ ਹੀ ਸੌਖਾ ਨਿਊਕਲੀਅਰ ਅਰਸੈਨਲ ਇੱਕ ਥਾਂ ਤੇ ਹੁੰਦਾ ਤੇ ਅਮਰੀਕਾ ਉੱਥੇ ਬੈਠਾ ਰਿਹਾ 11 ਸਾਲ ਨੈਟੋ ਦੇ ਨਾਲ, ਉਹ ਦੂਜਾ ਟਿਲ ਇਹਨਾਂ ਨੇ ਲਾ ਲਿਆ। ਪਾਕਿਸਤਾਨ ਦੇ ਵਿੱਚ 36 ਕਮਜ਼ੋਰੀਆਂ ਹੋਣਗੀਆਂ ਉਹਨਾਂ ਦੇ, ਲੇਕਿਨ ਜਦੋਂ ਉਹਨਾਂ ਦੇ ਨਿਊਕਲੀਅਰ ਅਸਾਸਿਆਂ ਦੀ ਗੱਲ ਆਉਂਦੀ ਹੈ ਤੇ ਉਹਨਾਂ ਦੀ ਈਵਨ ਪ੍ਰਾਈਮ ਮਿਨਿਸਟਰ ਨੂੰ ਵੀ ਨਹੀਂ ਪਤਾ ਹੋਣਾ ਕਿ ਵੀ ਕਿੱਥੇ ਕੀ ਹੈ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਉਹ ਉਹਨਾਂ ਦਾ ਦੀ ਲਾਸਟ ਜਿਹੜੀ ਹੈ ਉਹ ਸਿਕਿਉਰਿਟੀ ਹੈ। ਔਰ ਉਹਨਾਂ ਨੂੰ ਇਹ ਪਤਾ ਇਸ ਗੱਲ ਦਾ ਕਿ ਜੇ ਸਾਡੇ ਕੋਲ ਨਿਊਕਲੀਅਰ ਨਾ ਹੁੰਦਾ ਤੇ ਹੁਣ ਤੱਕ ਸਾਡਾ ਨੇਪਾਲ ਜਾਂ ਭੂਟਾਨ ਬਣਾਇਆ ਹੁੰਦਾ ਇੰਡੀਆ ਨੇ, ਜਿਸ ਕਿਸਮ ਦੀ ਉਹਨਾਂ ਦਾ ਹੋਇਆ। 1998 ਤੋਂ ਬਾਅਦ ਜਦੋਂ ਉਹਨਾਂ ਨੇ ਨਿਊਕਲੀਅਰ ਦੋਨੋਂ ਮੁਲਕ ਹੋਏ, ਇੰਡੀਆ ਤਾਂ 74 'ਚ ਹੀ ਬਣ ਗਿਆ ਸੀ ਜਦੋਂ ਪੋਖਰਾਨ 'ਚ ਕੀਤਾ। ਪਰ ਟਿਟ ਫॉर ਟੈਟ ਦੇ ਨਾਂ ਥੱਲੇ ਜਦੋਂ ਇੰਡੀਆ ਨੇ 4-5 ਧਮਾਕੇ ਪੋਖਰਾਨ 'ਚ 1998 'ਚ ਕੀਤੇ, ਪਾਕਿਸਤਾਨ ਨੇ ਵੀ ਜਵਾਬੀ ਕੀਤੇ ਔਰ ਪਾਕਿਸਤਾਨ ਵੀ ਨਿਊਕਲੀਅਰ ਬਣ ਗਿਆ। ਔਰ ਇਹ ਈਵਨ ਜਿਹੜੇ ਇਹਨਾਂ ਦੇ ਇੱਥੋਂ ਦੇ ਥਿੰਕ ਟੈਂਕ ਨੇ ਜਾਂ ਇਹਨਾਂ ਦੇ ਦੂਸਰੇ ਕੁਝ ਇੰਟੈਲੀਜੈਂਸ ਸਾਈਟਸ ਨੇ, ਉਹਨਾਂ ਦੀਆਂ ਵੀ ਰਿਪੋਰਟਸ ਆਉਂਦੀਆਂ ਕਿ ਪਾਕਿਸਤਾਨ ਦੇ ਕੋਲ ਜ਼ਿਆਦਾ ਮਿਸਲਸ ਨੇ ਨਿਊਕਲੀਅਰ ਡਿਲੀਵਰੀ ਦੀਆਂ ਦੈਨ ਇੰਡੀਆ ਕੋਲ ਵੀ, ਔਰ ਉਹ ਕੰਟੀਨਿਊਸਲੀ ਪ੍ਰੋਡਿਊਸ ਵੀ ਕਰ ਰਹੇ ਨੇ। ਉਹਨੂੰ ਸਟ੍ਰੈਟੇਜਿਕ ਵੈਪਨ ਕਹਿੰਦੇ ਨੇ, ਐਜ਼ ਏ ਡੈਟਰੈਂਟ। ਸੋ ਤੁਸੀਂ ਕਿਹੜੇ ਤੇ ਅਟੈਕ ਕਰੋਗੇ ਔਰ ਤੁਸੀਂ ਸਮਝੋਗੇ ਕਿ ਜੇ ਤੁਸੀਂ ਉਹਨਾਂ ਦੇ ਅਟੈਕ ਕਰਕੇ ਤੁਹਾਡੇ ਜਿਹੜੀਆਂ ਸਿਟੀਜ਼ ਨੇ ਬੰਬੇ, ਦਿੱਲੀ, ਕਲਕੱਤਾ, ਇਹ ਸੇਫ ਹੋਣਗੇ। ਸੋ ਕੁੱਲ ਮਿਲਾ ਕੇ ਗੱਲ ਇਹ ਹੈ ਵੀ ਜਦੋਂ ਪਾਗਲਪਨ
ਦੇ ਦਾ ਦੌਰ ਚੱਲਦਾ ਹੈ ਔਰ ਹੱਥ ਉਹਨਾਂ ਦੇ ਪਾਵਰ ਆਂਦੀ ਹੈ, ਫਿਰ ਤੁਸੀਂ ਚੰਮ ਦੇ ਸਿੱਕੇ ਚਲਾ ਦਿਓ, ਤੁਸੀਂ ਕਹੋ ਜੀ ਚਾਂਦੀ ਦੇ ਚੱਲ ਸਕਦੇ ਨੇ, ਸੋਨੇ ਦੇ ਚੱਲ ਸਕਦੇ ਨੇ, ਚਮੜੇ ਦੇ ਕਿਉਂ ਨਹੀਂ ਚੱਲ ਸਕਦੇ? ਫਿਰ ਚਲਾ ਰਹੇ ਬੱਚੇ ਸੱਕੇ ਨੇ। ਨਹੀਂ, ਸੋ ਇਸੇ ਤਰ੍ਹਾਂ ਇਹ ਜਿਸ ਕਿਸਮ ਦੀ ਮੋਦੀ ਔਰ ਇਹਨਾਂ ਦੀ ਸੋਚ ਹੈ ਔਰ ਇਹ ਜਿਸ ਅੰਦਾਜ਼ ਦੇ ਵਿੱਚ ਇਹਨਾਂ ਦੇ ਦਿਮਾਗਾਂ ਦੇ ਵਿੱਚ ਅਖੰਡ ਭਾਰਤ ਵੜਿਆ ਹੋਇਆ ਹੈ, ਉਹ ਤਾਂ ਪਾਕਿਸਤਾਨ, ਅਫਗਾਨਿਸਤਾਨ, ਉਹ ਤਾਂ ਬੈਕਟੀਰੀਆ ਤੱਕ ਕਹਿੰਦੇ ਨੇ ਕਿ ਜੀ ਉਹ ਚੰਦਰਗੁਪਤ ਮੌਰੀਆ ਦਾ ਰਾਜ, ਉਹਦੇ 'ਚ ਇੰਡੋਨੇਸ਼ੀਆ ਵੀ ਸੀ, ਥਾਈਲੈਂਡ ਵੀ ਸੀ। ਹੁਣ ਜਦੋਂ ਤੁਹਾਡੀ ਬੇਸਿਕ ਟ੍ਰੇਨਿੰਗ ਤੁਹਾਡੀ ਮਾਈਂਡ ਦੀ ਇਸ ਗੱਲ ਦੀ ਹੈ, ਇਹ ਮੁਕੰਮਲ ਜਦੋਂ ਅਸੀਂ ਇੱਕ ਤਬਾਹੀ ਦੀ ਗੱਲ ਜਿਹੜੀ ਕਿ ਇੰਡੀਵਿਜੂਅਲ ਟੈਰਰਿਜ਼ਮ ਜਾਂ ਦਹਿਸ਼ਤਗਰਦੀ ਕਰ ਰਹੀ ਹੈ, ਔਰ ਇਹ ਸਾਊਥ ਏਸ਼ੀਆ ਉਹ ਖਿੱਤਾ ਹੈ ਜਿੱਥੇ ਦੁਨੀਆ ਦਾ ਹਰ 5ਵਾਂ ਬੰਦਾ ਜਿਹੜਾ ਉੱਥੇ ਰਹਿੰਦਾ, ਔਰ ਕਿਸ ਕਿਸਮ ਦੀ ਤਬਾਹੀ ਹੋਏਗੀ। ਔਰ ਜਦੋਂ ਨਿਊਕਲੀਅਰ ਵਾਲੀ ਗੱਲ ਦੇ ਉੱਤੇ ਇਸ ਲੈਵਲ ਤੱਕ ਚਲਿਆ ਜਾਂਦਾ ਹੈ, ਫਿਰ ਉਹ ਰੇਡੀਏਸ਼ਨਸ ਉਹਦੀਆਂ ਇੱਕ ਥਾਂ ਤੇ ਨਹੀਂ ਰਹਿੰਦੀਆਂ, ਔਰ ਕੀ ਤਬਾਹੀ ਹੁੰਦੀ ਹੈ ਨਿਊਕਲੀਅਰ, ਹੀਰੋਸ਼ੀਮਾ, ਨਾਗਾਸਾਕੀ ਜਾਂ ਈਵਨ ਰਸ਼ੀਆ 'ਚ ਚਰਨੋਬਿਲ ਜਿੱਥੇ ਨਿਊਕਲੀਅਰ ਐਕਸੀਡੈਂਟ ਹੋਇਆ ਸੀ, ਤੁਸੀਂ ਉੱਥੇ ਜਾ ਕੇ ਦੇਖੋ ਕਿ ਕੀ ਹੁੰਦੀ ਹੈ ਨਿਊਕਲੀਅਰ ਤਬਾਹੀ। ਸੋ ਕੁੱਲ ਮਿਲਾ ਕੇ ਇਹ ਹੌਰੀਫਾਈਂਗ ਹੈ, ਖੌਫਨਾਕ ਹੈ ਜੋ ਸਿਨੈਰੀਓ ਬਣ ਰਿਹਾ। ਪਰ ਅਸੀਂ ਜਦੋਂ ਸਾਊਥ ਏਸ਼ੀਆ ਦੇ ਹਵਾਲੇ ਨਾਲ ਇਹ ਗੱਲ ਕਹਿੰਦੇ ਹਾਂ ਕਿ ਭਾਈ ਬਫਰ ਸਟੇਟ ਖਾਲਿਸਤਾਨ ਦੋਨਾਂ ਨਿਊਕਲੀਅਰ ਆਰਮਡ ਜਿਹੜੀਆਂ ਕੰਟਰੀਜ਼ ਨੇ ਇਹਨਾਂ ਦੇ ਦੁਆਲੇ ਬਣਾਓ ਔਰ ਇਹਨਾਂ ਨੂੰ ਜਾਂ ਡੀਫੈਂਗ ਕਰੋ, ਇਹਨਾਂ ਦੇ ਉੱਤੇ ਉਸ ਖਿੱਤੇ ਨੂੰ ਨੋ ਫਲਾਈ ਜ਼ੋਨ ਐਲਾਨੋ, ਤੇ ਇਹਨਾਂ ਨੂੰ ਕਿਉਂਕਿ ਹਰ ਇੱਕ ਦੇ ਆਪਣੇ ਜਿਹੜੇ ਨੇ ਉਹ ਸੀਮਤ ਇੰਟਰਸਟ ਬਣ ਗਏ ਨੇ। ਡੋਨਲਡ ਟਰੰਪ ਨੂੰ ਵੀ ਲੱਗਦਾ ਹੈ ਜਾਂ ਇਹਨਾਂ ਦੇ ਐਡਮਿਨਿਸਟ੍ਰੇਸ਼ਨ ਨੂੰ ਲੱਗਦਾ ਵੀ ਇੰਡੀਆ ਦੇ ਨਾਲ ਪਤਾ ਨਹੀਂ ਕਿੰਨਾ ਕੁ ਅਸੀਂ ਸਾਂਝ ਭਿਆਲੀ ਕਰਾਂਗੇ, ਔਰ ਜਿਉਂ-ਜਿਉਂ ਇਹ ਉਧਰ ਨੂੰ ਜਾਂਦੇ ਨੇ ਪਾਕਿਸਤਾਨ ਜਿਹੜਾ ਉਹ ਹੋਰ ਇਨਸਿਕਿਉਰ ਹੋਏਗਾ, ਤੇ ਫਿਰ ਜਦੋਂ ਮਰਦਾ ਕੀ ਨਹੀਂ ਕਰਦਾ, ਕਿਸ ਹੱਦ ਤੱਕ ਕੋਈ ਵੀ ਮੁਲਕ ਜਾ ਸਕਦਾ ਹੈ। ਸੋ ਅਸੀਂ ਇਹ ਸਾਰੇ ਜਿਹੜਾ ਇਸ ਕਿਸਮ ਦਾ ਟ੍ਰੈਂਡ ਹੈ ਉਹਨੂੰ ਵੀ ਕੰਡੈਮ ਕਰਦੇ ਹਾਂ ਔਰ ਇਹੀ ਆਸ ਕਰਦੇ ਹਾਂ ਕਿ ਬਈ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਗੁੱਡ ਸੈਂਸ ਸ਼ੁੱਡ ਪ੍ਰਵੇਲ, ਕਿ ਰੱਬ ਜਿਹੜਾ ਹੈ ਇਹਨਾਂ ਨੂੰ ਸਮਤ ਬਖਸ਼ੇ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣਾ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।